ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ GK ਅਕੈਡਮੀ ਪੰਜਾਬ 'ਤੇ। ਦੋਸਤੋ ਅੱਜ ਆਪਾਂ ਡਿਸਕਸ ਕਰਾਂਗੇ ਤੁਹਾਡੇ ਨਾਲ ਜਿਹੜੇ ਕਿ PSSB ਕਲਰਕ ਦਾ 6 ਅਗਸਤ ਨੂੰ ਪੇਪਰ ਹੋਇਆ ਵਾ। ਮੋਸਟ ਆਫ ਦੀ ਕੈਂਡੀਡੇਟਸ ਇਹੀ ਮੈਸੇਜ ਕਰ ਰਹੇ ਨੇ ਕਿ ਉਹਨਾਂ ਦੇ ਕਿੰਨੇ ਸਕੋਰ ਵਾਲਾ ਇਹ ਕੈਂਡੀਡੇਟ ਸਿਕਿਉਰ ਹੋਣਗੇ ਤੇ ਟਾਈਪਿੰਗ ਦੀ ਤਿਆਰੀ ਕਰਨ ਜਾਂ ਅਗਲੇ ਕੋਈ ਵੀ PSSB ਦੇ ਅਪਕਮਿੰਗ ਜੇ ਕੋਈ ਐਗਜ਼ਾਮ ਦੇ ਲਈ ਕੋਈ ਪੋਸਟਾਂ ਨਿਕਲਦੀਆਂ ਨੇ ਜਾਂ ਵੀਡੀਓ ਦੇ ਫਾਰਮ ਰੀਓਪਨ ਹੁੰਦੇ ਹਨ ਜਾਂ ਵੀਡੀਓ ਦੇ ਫਾਰਮ ਜਿਨ੍ਹਾਂ ਨੇ ਭਰੇ ਹਨ ਜਾਂ ਉਹਦੀ ਤਿਆਰੀ ਕਰਨ। ਹੁਣ ਦੇਖੋ ਦੋਸਤੋ, ਇਹਦੇ ਵਿੱਚ ਆਪਾਂ ਪੂਰਾ 100% ਸ਼ਿਓਰਟੀ ਦੇ ਨਾਲ ਬਿਲਕੁਲ ਵੀ ਨਹੀਂ ਕਹਿ ਸਕਦੇ ਕਿ ਕਿੰਨੀ ਕੱਟ ਆਫ ਜਾਏਗੀ, ਪਰ ਆਮ ਤੌਰ ਦੇ ਉੱਤੇ ਤੁਸੀਂ ਦੇਖੋਗੇ ਕਿ ਜਿੰਨੀ ਵੀ ਕੱਟ ਆਫ ਪੇਪਰਾਂ ਦੇ ਵਿੱਚ ਨੋਰਮਲ ਪੇਪਰਾਂ ਦੇ ਵਿੱਚ ਜਾਂਦੀ ਆ, ਜਾਣੀ ਕਿ PSSB ਦੇ ਤੁਸੀਂ ਚਾਹੇ ਪਟਵਾਰੀ ਦਾ ਪੇਪਰ ਲਗਾ ਲਓ। ਪਟਵਾਰੀ ਦਾ ਪੇਪਰ ਤਾਂ ਈਜ਼ੀ ਹੀ ਬਹੁਤ ਜ਼ਿਆਦਾ ਸੀ, ਜਿਹਦੇ ਕਰਕੇ ਕੱਟ ਆਫ 92 ਦੇ ਨੇੜੇ ਤੇੜੇ ਚਲੀ ਗਈ ਸੀਗੀ ਜਰਨਲ ਕੈਟਾਗਰੀ ਦੀ। ਪਰ ਜੇਕਰ ਤੁਸੀਂ ਦੇਖੋਗੇ ਐਗਜ਼ਾਈਜ਼ ਦਾ ਪੇਪਰ, ਐਗਜ਼ਾਈਜ਼ ਦੀ ਸ਼ਾਇਦ ਕੱਟ ਆਫ 81-82 ਦੇ ਆਸ-ਪਾਸ ਰਹੀ ਸੀਗੀ। ਸੋ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵਾਂ ਕਿ ਜੇਕਰ ਕਿਸੇ ਨੋਰਮਲ ਪੇਪਰ ਦੀ ਕੱਟ ਆਫ 81-82 ਜਾ ਰਹੀ ਆ ਜਰਨਲ ਕੈਟਾਗਰੀ ਦੀ, ਹੈ ਨਾ, 100 ਦੇ ਵਿੱਚੋਂ ਗੱਲ ਕਰ ਰਹੇ ਹਾਂ ਆਪਾਂ ਮੈਰਿਟ ਮਾਰਕਸ ਦੇ ਵਿੱਚੋਂ, ਜੇਕਰ ਉਹਦੀ 81-82 ਜਾ ਰਹੀ ਹੈ ਤਾਂ ਟਾਈਪਿੰਗ ਵਾਲੇ ਪੇਪਰ ਦੇ ਵਿੱਚ ਇਹ ਕੱਟ ਆਫ 70 ਤੱਕ ਆ ਸਕਦੀ ਹੁੰਦੀ ਆ। ਕਿਉਂਕਿ ਕਾਰਨ ਇਹਦਾ ਇਹੀ ਹੁੰਦਾ ਵਾ, 3-4 ਕਾਰਨ ਹੁੰਦੇ ਨੇ ਉਹਦੇ। ਪਹਿਲਾ ਕਾਰਨ ਮੈਂ ਤੁਹਾਨੂੰ ਸਮਝਾ ਦਿੰਦਾ ਕਿ ਕੀ ਹੁੰਦਾ। ਫਸਟ ਕਾਰਨ ਇਹ ਹੁੰਦਾ ਵਾ ਕਿ ਜੇਕਰ ਇਹਦੇ ਵਿੱਚ ਟਾਈਪਿੰਗ ਹੈ, ਸੋ ਬਹੁਤ ਸਾਰੇ ਕੈਂਡੀਡੇਟ ਇੱਦਾਂ ਦੇ ਹੁੰਦੇ ਨੇ ਜਿਹੜੇ ਕਿ ਟਾਈਪਿੰਗ ਦੀ ਤਿਆਰੀ ਨਹੀਂ ਕੀਤੀ ਹੁੰਦੀ ਪਰ ਪੇਪਰ ਉਹਨਾਂ ਨੇ ਦਿੱਤਾ ਹੁੰਦਾ ਰਿਟਨ ਦਾ। ਸੋ ਅਗਰ ਜਲਦੀ ਟਾਈਪਿੰਗ ਹੁੰਦੀ ਆ ਅਤੇ ਪੇਪਰ ਦੀ ਜੇਕਰ ਤਿਆਰੀ ਤੁਹਾਡੀ ਵਧੀਆ ਤਰੀਕੇ ਦੇ ਨਾਲ ਟਾਈਪਿੰਗ ਦੀ ਤਿਆਰੀ ਕੀਤੀ ਹੋਈ ਆ ਅਤੇ ਪੇਪਰ ਦੇ ਵਿੱਚ ਤੁਹਾਡੇ ਠੀਕ ਠਾਕ ਨੰਬਰ ਵੀ ਬਣ ਰਹੇ ਨੇ, ਜਾਣੀ ਕਿ 70-75 ਨੰਬਰ ਵੀ ਜਰਨਲ ਕੈਟਾਗਰੀ ਕੈਂਡੀਡੇਟਸ ਦੇ ਬਣ ਰਹੇ ਨੇ, ਤਾਂ ਇਹਦੇ ਵਿੱਚ ਤੁਹਾਡਾ ਮੈਰਿਟ ਦੇ ਵਿੱਚ ਆਉਣ ਦਾ ਚਾਂਸ ਬਹੁਤ ਜ਼ਿਆਦਾ ਵੱਧ ਜਾਂਦਾ ਵਾ। ਪਰ ਇਹ ਸਿਰਫ ਆਪਾਂ ਇੱਕ ਮਤਲਬ ਕਿ ਅੰਦਾਜ਼ਾ ਲਗਾ ਰਹੇ ਹਾਂ, ਇਹਦੇ ਤੋਂ ਵੱਧ ਵੀ ਸਕਦੇ ਆ 3-4 ਨੰਬਰ ਤੇ 3-4 ਨੰਬਰ ਥੱਲੇ ਵੀ ਜਾ ਸਕਦੇ ਨੇ, ਠੀਕ ਆ। ਸੋ ਇਹੀ ਚੀਜ਼ ਆ। ਤੋ ਦੂਜਾ ਕਾਰਨ ਇਹ ਹੁੰਦਾ ਕਿ ਹੁਣ ਜੇਕਰ ਆਪਾਂ ਦੇਖੀਏ ਕਿ ਪਟਵਾਰੀ, ਐਗਜ਼ਾਈਜ਼ ਇੰਸਪੈਕਟਰ, ਪੰਜਾਬ ਪੁਲਿਸ ਸਬ ਇੰਸਪੈਕਟਰ ਹੋ ਗਏ, ਪਿਛਲੇ ਜਿਹੜੇ 2021 ਵਾਲੇ ਵੀ ਅਜੇ ਜੁਆਇਨ ਕਰਨੇ ਆ ਪੰਜਾਬ ਪੁਲਿਸ ਦੇ ਜਿਹੜੇ ਕੈਂਡੀਡੇਟਸ, ਅਤੇ ਕੁਛ ਕੈਂਡੀਡੇਟਸ ਇਹਦੇ ਵਿੱਚ ਕਾਮਨ ਹੋਣਗੇ। ਸੋ ਕਾਮਨ ਦਾ ਮਤਲਬ ਇਹੀ ਆ ਕਿ ਜੇਕਰ ਕੁਛ ਕੈਂਡੀਡੇਟਸ ਕਾਮਨ ਨੇ ਤਾਂ ਯਕੀਨੀ ਤੌਰ ਦੇ ਉੱਤੇ ਉਹ ਇਸ ਤੋਂ ਵਧੀਆ ਰੈਂਕ ਵਾਲੀ ਪੋਸਟ ਨੂੰ ਹੀ ਮਤਲਬ ਪ੍ਰੈਫਰ ਕਰਨਗੇ। ਮਤਲਬ ਕਿ ਜਿਹਨੇ ਪਟਵਾਰੀ ਲਿਆ ਤਾਂ ਦੈਨ ਉਹ ਪਟਵਾਰੀ ਨੂੰ ਹੀ ਪ੍ਰੈਫਰ ਕਰੇਗਾ ਕਲਰਕ ਦੀ ਬਜਾਏ, ਹੈ ਨਾ। ਸੋ ਇਹੀ ਚੀਜ਼ ਆ ਕਿ ਕੁਛ ਮਤਲਬ ਕਿ ਜਦੋਂ ਤੱਕ ਇਹਦੀ ਟਾਈਪਿੰਗ ਦਾ ਰਿਜ਼ਲਟ ਆਏਗਾ, ਟਾਈਪਿੰਗ ਦੇ ਕਾਉਂਸਲਿੰਗ ਹੋਏਗੀ ਤਾਂ ਉਦੋਂ ਤੱਕ ਸਾਨੂੰ ਪਿਕਚਰ ਕਲੀਅਰ ਹੋਏਗੀ। ਪਰ ਇਸ ਟਾਈਮ ਜਦੋਂ ਤੁਹਾਡਾ ਮੇਨ ਮੇਰੇ ਅਕੋਰਡਿੰਗ ਤਾਂ ਇਹੀ ਹੋਣਾ ਚਾਹੀਦਾ ਵਾ ਕਿ ਇੱਕ ਵਾਰੀ ਮਾਰਕਸ ਲਿਸਟ ਆ ਲੈਣ ਦਿਓ। ਜਦੋਂ ਕੰਬਾਈਨ ਮਾਰਕਸ ਲਿਸਟ ਆ ਜਾਂਦੀ ਹੁੰਦੀ ਆ ਉਹਦੇ ਵਿੱਚ ਤੁਸੀਂ ਆਪਣਾ ਰੈਂਕ ਦੇਖਣਾ ਵਾ, ਕੈਟਾਗਰੀ ਵਾਈਜ਼ ਦੀ ਗੱਲ ਕਰ ਰਿਹਾ ਮੈਂ, ਚਾਹੇ ਉਹ ਜਰਨਲ ਵਾ, ਚਾਹੇ ਉਹ SC ਕੈਟਾਗਰੀ ਆ, ਚਾਹੇ ਉਹ BC ਕੈਟਾਗਰੀ ਆ, ਚਾਹੇ ਕੋਈ ਅਦਰ ਕੈਟਾਗਰੀ ਵੀ ਹੈਗੀ ਆ। ਤੁਸੀਂ ਮਤਲਬ ਇਹ ਚੀਜ਼ ਦੇਖਣੀ ਆ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ ਵਾਂ, ਠੀਕ ਆ। ਸੋ ਐਗਜ਼ਾਮਪਲ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਕਿ ਅਗਰ ਮੰਨ ਲਓ ਕਿਸੇ ਇੱਕ ਕੈਟਾਗਰੀ ਦੀਆਂ 30 ਪੋਸਟਾਂ ਨੇ, ਹੈ ਨਾ, ਜੇਕਰ ਤੁਹਾਡਾ ਉਸ ਕੈਟਾਗਰੀ ਦੇ ਵਿੱਚ 90 ਨੰਬਰ ਰੈਂਕ ਬਣ ਰਿਹਾ, ਠੀਕ ਆ, ਤਾਂ ਤੁਹਾਨੂੰ ਟਾਈਪਿੰਗ ਦੀ ਤਿਆਰੀ 100% ਕਰਨੀ ਚਾਹੀਦੀ ਆ, 100%, ਠੀਕ ਆ ਜੀ। ਮਤਲਬ ਤੁਹਾਡਾ 90 ਨੰਬਰ ਤੱਕ ਵੀ ਰੈਂਕ ਬਣ ਰਿਹਾ, ਮਤਲਬ ਉਸ ਤੋਂ 3 ਗੁਣਾ ਤੱਕ ਤੁਸੀਂ ਦੇਖ ਲਓ ਕਿ ਜੇਕਰ 30 ਪੋਸਟਾਂ ਨੇ ਉਸ ਤੋਂ 3 ਗੁਣਾ ਤੱਕ ਤੁਹਾਡਾ ਰੈਂਕ ਬਣ ਰਿਹਾ ਤਾਂ ਟਾਈਪਿੰਗ ਦੀ ਤਿਆਰੀ ਜ਼ਰੂਰ ਕਰੋ, ਜ਼ਿਆਦਾ ਤੋਂ ਜ਼ਿਆਦਾ ਕਰੋ, ਠੀਕ ਆ। ਸੋ ਇਹ ਨਹੀਂ ਸੋਚਣਾ ਕਿ ਹਾਂਜੀ ਮੇਰਾ ਤਾਂ ਮਤਲਬ ਕਿ 30 ਪੋਸਟਾਂ ਸੀਗੀਆਂ ਅਤੇ ਮੇਰਾ ਰੈਂਕ 88 ਬਣਦਾ ਪਿਆ, 85 ਬਣਦਾ ਪਿਆ ਜਾਂ 80 ਬਣਦਾ ਪਿਆ, ਕੀ ਮੈਂ ਟਾਈਪਿੰਗ ਦੀ ਤਿਆਰੀ ਕਰਾਂ ਜਾਂ ਨਾ। ਇਹਦੇ ਵਿੱਚ ਹੀ ਤੁਸੀਂ ਆਪਦਾ ਟਾਈਮ ਵੇਸਟ ਕਰਨਾ ਅਤੇ ਜਦੋਂ ਤੱਕ ਲਿਸਟਾਂ ਆਉਣੀਆਂ ਨੇ ਇਹਦੀਆਂ ਟਾਈਪਿੰਗ ਦੀਆਂ, ਜੇਕਰ ਟਾਈਪਿੰਗ 1-1.5 ਮਹੀਨਾ ਲੇਟ ਹੁੰਦੀ ਆ ਤਾਂ ਤੁਸੀਂ ਕੁਛ ਵੀ ਨਹੀਂ ਸਿੱਖ ਸਕਦੇਗੇ। ਇਸ ਟਾਈਮ ਦੇ ਉੱਤੇ ਜੇਕਰ ਤੁਹਾਡੀ ਥੋੜ੍ਹੀ ਬਹੁਤ ਸਪੀਡ ਬਣੀ ਹੋਈ ਆ ਤਾਂ ਤੁਹਾਡੇ ਲਈ ਬਹੁਤ ਜ਼ਿਆਦਾ ਈਜ਼ੀ ਆ। ਜੇਕਰ ਤੁਸੀਂ ਇਸ ਟਾਈਮ ਦੇ ਉੱਤੇ 10 ਦੀ ਸਪੀਡ ਜਾਂ 15 ਦੀ ਸਪੀਡ 'ਤੇ ਵੀ ਇਸ ਟਾਈਮ ਖੜ੍ਹੇ ਹੋ ਜਾਂ ਟਾਈਪਿੰਗ ਅਜੇ ਸਿੱਖਣੀ ਸ਼ੁਰੂ ਕੀਤੀ ਆ ਤਾਂ ਥੋੜ੍ਹਾ ਨਾਲ ਦੀ ਨਾਲ ਆਪਦਾ ਤਿਆਰੀ ਦੇ ਉੱਤੇ ਜ਼ੋਰ ਦਿਓ। ਜਿਨ੍ਹਾਂ ਦੇ ਬਾਕੀ ਤੁਸੀਂ ਦੇਖੋਗੇ ਕਿ ਜਿਨ੍ਹਾਂ ਦੇ ਮਤਲਬ ਕਿ 30 ਪੋਸਟਾਂ ਨੇ ਅਤੇ ਉਹਦਾ 30 ਨੰਬਰ ਰੈਂਕ ਬਣਦਾ ਪਿਆ, 35 ਬਣਦਾ ਪਿਆ, 40 ਬਣਦਾ ਪਿਆ, 45 ਬਣਦਾ ਪਿਆ, ਉਹਨੂੰ ਤਾਂ ਪੂਰੀ ਤਰ੍ਹਾਂ ਦੇ ਨਾਲ ਹੀ ਟਾਈਪਿੰਗ ਦੇ ਉੱਤੇ ਮਤਲਬ ਕਿ ਧਿਆਨ ਦੇਣਾ ਚਾਹੀਦਾ। ਹੋਰ ਕਿਸੇ ਪੇਪਰ ਲਈ ਬੇਸ਼ੱਕ ਉਹ ਧਿਆਨ ਨਾ ਦੇਣ, ਕਿਉਂਕਿ ਇਸ ਟਾਈਮ ਦੇ ਉੱਤੇ ਜੇਕਰ ਉਹ ਟਾਈਪਿੰਗ ਕਲੀਅਰ ਕਰਦੇ ਨੇ ਤਾਂ ਉਹਨਾਂ ਦਾ 99% ਉਹਨਾਂ ਦਾ ਚਾਂਸ ਬਣ ਜਾਂਦਾ ਵਾ ਕਿ ਉਹਦੀ ਸਿਲੈਕਸ਼ਨ ਪੇਪਰ ਦੇ ਵਿੱਚ ਹੋ ਜਾਏਗੀ। ਸੋ ਇਹੀ ਚੀਜ਼ ਆ ਕਿ ਜਿਨ੍ਹਾਂ ਦਾ ਇਸ ਟਾਈਮ 3 ਗੁਣਾ ਦੇ ਨੇੜੇ ਤੇੜ ਰੈਂਕ ਬਣਦਾ ਪਿਆ, ਇੱਕ ਵਾਰ ਕੰਬਾਈਨ ਮੈਰਿਟ ਲਿਸਟ ਥੋੜ੍ਹੇ ਦਿਨਾਂ ਦੇ ਵਿੱਚ ਆ ਜਾਏਗੀ, ਪਿਕਚਰ ਕਲੀਅਰ ਹੋ ਜਾਏਗੀ। ਪਰ ਜੇਕਰ ਹੁਣ ਵੀ ਤੁਹਾਨੂੰ ਥੋੜ੍ਹੀ ਬਹੁਤ ਪਿਕਚਰ ਕਲੀਅਰ ਹੋ ਜਾਏਗੀ ਕਿ ਹੋ ਗਈ ਹੋਏਗੀ ਕਿ ਹਾਂਜੀ ਤੁਹਾਡੇ 70-75 ਨੰਬਰ ਬਣਦੇ ਪਏ ਨੇ, ਜਰਨਲ ਕੈਟਾਗਰੀ ਦੀ ਗੱਲ ਕਰਦਾ ਪਿਆ,
ਦੈਨ ਉਹ ਆਪਦੀ ਟਾਈਪਿੰਗ ਦੀ ਤਿਆਰੀ ਜ਼ਰੂਰ ਕਰਨ। ਉਸ ਤੋਂ ਬਾਅਦ ਜਦੋਂ ਲਿਸਟ ਆਏਗੀ ਕੰਬਾਈਨ, ਉਹਦੇ ਅਕੋਰਡਿੰਗ ਤੁਸੀਂ 3 ਗੁਣਾ ਕੈਂਡੀਡੇਟਸ ਦੇਖ ਲਿਓ ਕਿ ਹਾਂਜੀ ਤੁਹਾਡੇ 3 ਗੁਣਾ ਦੇ ਵਿੱਚ ਰੈਂਕ ਤੁਹਾਡਾ ਬਣਦਾ ਪਿਆ ਵਾ, ਤਾਂ ਤੁਸੀਂ ਟਾਈਪਿੰਗ ਦੀ ਤਿਆਰੀ ਜ਼ਰੂਰ ਕਰਨੀ ਆ। ਕਿਉਂਕਿ ਨਾ 3009 ਵੀ ਜਦੋਂ ਭਰਤੀ ਹੋਈ ਸੀਗੀ 2021 ਦੀ ਜਿਹੜੀ ਕਲਰਕ ਭਰਤੀ, ਉਹਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਬਹੁਤ ਸਾਰੇ ਕੈਂਡੀਡੇਟਸ ਇਹੋ ਜਿਹੇ ਸੀਗੇ, ਪਹਿਲਾਂ ਲੱਗਦਾ ਸੀਗਾ ਬਹੁਤ ਜ਼ਿਆਦਾ ਕੱਟ ਆਫ ਚਲੇਗੀ ਹੈ ਨਾ ਜੀ, 72% 75%, ਬਟ ਐਟ ਦੀ ਐਂਡ ਤੁਸੀਂ ਦੇਖੋਗੇ ਕਿ ਸ਼ਾਇਦ 580 ਨੰਬਰ ਜਨਰਲ ਕੈਟਾਗਰੀ ਦੀ ਕੱਟ ਆਫ ਗਈ ਸੀ ਜੀ। ਹੁਣ ਆਪਾਂ ਗੱਲ ਕਰਾਂਗੇ ਜੀ ਇਹਦੀ ਕਿ ਨੈਕਸਟ ਆਪਣੇ ਜਿਹੜੇ ਕੰਟੈਂਟ ਦੇ ਵਿੱਚੋਂ ਪੰਜਾਬ ਪੁਲਿਸ ਵਾਲਿਆਂ ਦੀ ਵੀ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ। ਛੋਟੀ ਜਿਹੀ ਵੀਡੀਓ ਹੀ ਬਣਾਵਾਂਗੇ, ਜ਼ਿਆਦਾ ਵੱਡੀ ਵੀਡੀਓ ਨਹੀਂ ਬਣਾਵਾਂਗੇ। ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਕਿਹੜੇ ਕੁਐਸਚਨ ਆਪਣੇ ਪੇਪਰ ਦੇ ਵਿੱਚ PSSB ਕਲਰਕ ਦੇ ਵਿੱਚ ਆਏ ਸੀ। ਦੇਖੋ ਜੀ ਜੀਕੇ ਦੇ ਕੰਟੈਂਟ ਦੇ ਉੱਤੇ ਆਪਾਂ ਬਹੁਤ ਮਿਹਨਤ ਕੀਤੀ ਆ। ਇਹਦੇ ਤੁਹਾਨੂੰ ਸਾਰਿਆਂ ਦੇ ਆਪਾਂ ਤੁਹਾਨੂੰ ਸਕਰੀਨਸ਼ਾਟ ਸ਼ੇਅਰ ਕੀਤੇ ਸੀ ਕਿ ਇਹ ਵਾਲੇ ਕੁਐਸਚਨ ਪੇਪਰ ਦੇ ਵਿੱਚ ਰਿਪੀਟ ਹੋਏ ਤੇ ਡਾਇਰੈਕਟ ਕੁਐਸਚਨ ਬਣੇ ਸੀ। ਹੁਣ ਬਹੁਤ ਸਾਰੇ ਦੋਸਤਾਂ ਨੂੰ ਆਹ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਪਰੇਸ਼ਾਨ ਨੇ ਕਿ ਜੀਕੇ 500 MCQ ਦੀ ਕਿਹੜੀ ਸੀਰੀਜ਼ ਆ ਜਿਹੜੀ ਸਾਡੇ ਕੋਲੇ ਹੈ ਨਹੀਂ ਗੀ ਤੇ ਉਹਦੇ ਚੋਂ ਕੁਐਸਚਨ ਪੇਪਰ ਦੇ ਵਿੱਚ ਆ ਰਹੇ ਨੇ। ਤੁਹਾਨੂੰ ਸਭ ਨੂੰ ਪਤਾ ਕਿ ਇੱਕ ਆਪਾਂ ਪੇਡ ਟੈਸਟ ਸੀਰੀਜ਼ ਲਾਂਚ ਕੀਤੀ ਸੀ ਜਿਹਦਾ ਕਿ ਪ੍ਰਾਈਸ 200 150 100 ਰੁਪਇਆ ਰੱਖਿਆ ਗਿਆ ਸੀਗਾ। ਮਤਲਬ ਵਿੱਚ ਦੀ ਡਿਸਕਾਊਂਟ ਦੇ ਵਿੱਚ ਉਹ 100 ਰੁਪਏ ਦੀ ਤੁਹਾਨੂੰ ਘੱਟ ਤੋਂ ਘੱਟ ਪ੍ਰਾਈਸ 'ਤੇ ਮਿਲਦੀ ਪਈ ਸੀ, ਅਦਰਵਾਈਜ਼ 150 ਜਾਂ 200 ਰੁਪਇਆ ਪ੍ਰਾਈਸ ਸੀ, ਜਿਹਦੇ ਵਿੱਚ ਕਿ 500 ਕੁਐਸਚਨ ਸੀਗੇ, 300 ਕੁਐਸਚਨ ਜੀਕੇ ਦੇ ਅਤੇ 200 ਕੁਐਸਚਨ ਪੰਜਾਬ ਜੀਕੇ ਦੇ। ਸੋ ਤੁਸੀਂ ਦੇਖ ਸਕਦੇ ਹੋ ਕਿ ਉਹਦੇ ਵਿੱਚੋਂ ਰੈਗੂਲਰ ਹਰੇਕ ਪੇਪਰ ਦੇ ਵਿੱਚ ਕੁਝ ਕੁਐਸਚਨ ਆ ਰਹੇ ਨੇ, ਕਿਉਂਕਿ ਉਹਦੇ ਵਿੱਚ ਮੋਸਟ ਇੰਪੋਰਟੈਂਟ ਹੀ ਕੁਐਸਚਨ ਪਿਕ ਕੀਤੇ ਹੋਏ ਨੇ ਜਿਹੜੇ ਕਿ ਜ਼ਿਆਦਾਤਰ ਪੇਪਰਾਂ ਦੇ ਵਿੱਚ ਰਿਪੀਟ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਨੇ। ਸੋ ਉਹਦੇ ਵਿੱਚੋਂ ਇਹ ਕੁਐਸਚਨ ਆ ਰਹੇ ਨੇ। ਸੋ ਇਹ ਚੀਜ਼ ਆ ਜਿਨ੍ਹਾਂ ਨੇ ਪਰਚੇਜ਼ ਕੀਤੀ ਹੋਈ ਆ ਉਹਨਾਂ ਨੂੰ ਤਾਂ ਪਤਾ। ਦੇਖੋ ਆ ਵੀ ਕੁਐਸਚਨ ਤੁਹਾਡਾ ਉਹਦੇ ਵਿੱਚ ਹੀ ਆ ਰਿਹਾ ਵਾ, ਮਿਨੀਮਮ ਏਜ ਕਿੰਨੀ ਆ, ਠੀਕ ਆ, ਅਪਰ ਹਾਊਸ ਇਨ ਦੀ ਪਾਰਲੀਮੈਂਟ ਦੀ। ਸੋ ਸਾਰਾ ਆਪਾਂ ਡਿਟੇਲ ਦੇ ਵਿੱਚ ਤੁਹਾਨੂੰ ਦਿੱਤਾ ਹੋਇਆ ਕਿ ਮਤਲਬ ਕਿ ਇੱਕ ਕੁਐਸਚਨ ਦਿੱਤਾ ਨਾਲ ਤੁਹਾਡੀ ਇੱਕ ਐਕਸਪਲੇਨੇਸ਼ਨ ਐਡ ਕੀਤੀ ਆ ਕਿ ਕੋਈ ਵੀ ਕੁਐਸਚਨ ਪੇਪਰ ਦੇ ਵਿੱਚ ਆ ਜਾਵੇ ਤੁਹਾਡੀ ਰਿਵੀਜ਼ਨ ਹੋਣੀ ਬਹੁਤ ਜ਼ਰੂਰੀ ਆ। ਦੇਖੋ ਜੀ ਆਹ ਕੁਐਸਚਨ ਦਾ ਬਹੁਤ ਸੌਖਾ ਕੁਐਸਚਨ ਸੀਗਾ ਹੈ ਨਾ। ਸੋ ਇਹ ਸਾਰੇ ਕੁਐਸਚਨ ਮੈਂ ਤੁਹਾਨੂੰ ਟੈਲੀਗ੍ਰਾਮ ਦੇ ਉੱਤੇ ਸ਼ੇਅਰ ਕੀਤੇ ਸੀ ਕਿ ਜਿਹੜੇ ਕਿਹੜੀ PDF ਦੇ ਵਿੱਚ ਕਿਹੜੇ ਕੁਐਸਚਨ ਦੇ ਮਤਲਬ ਕਿ ਕਿਹੜੇ ਚੈਨਲ ਦੀ ਕਿਹੜੀ ਵੀਡੀਓ ਦੇ ਵਿੱਚ ਜਾਂ ਕਿਹੜੇ PDF ਦੇ ਵਿੱਚ ਜਾਂ ਟੈਲੀਗ੍ਰਾਮ ਦੇ ਉੱਤੇ ਕਿਹੜੇ ਨੰਬਰ ਕੁਐਸਚਨ ਦੇ ਵਿੱਚ ਉਹ ਵਾਲਾ ਕੁਐਸਚਨ ਆਪਾਂ ਤੁਹਾਨੂੰ ਕਰਵਾਇਆ ਹੋਇਆ ਸੀ। ਸੋ ਇਹ ਸਾਰੇ ਕੁਐਸਚਨ ਇਸੇ ਤਰ੍ਹਾਂ ਹੁੰਦੇ ਨੇ ਕਿ ਕੁਝ ਕੁਐਸਚਨ ਇੱਦਾਂ ਦੇ ਹੁੰਦੇ ਨੇ ਕਿ ਜਿਹੜੇ ਕਿ ਮੋਸਟ ਆਫ ਦੀ ਟਾਈਮ ਰਿਪੀਟਡ ਹੁੰਦੇ ਨੇ। ਇਹ ਸਾਰੇ ਦੇ ਸਾਰੇ ਕੁਐਸਚਨ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਕਰਨੇ ਚਾਹੀਦੇ ਆ। ਟੈਲੀਗ੍ਰਾਮ ਦੇ ਉੱਤੇ ਆਪਾਂ 2000 ਪਲੱਸ MCQ ਕਰਵਾਇਆ ਹੋਇਆ, ਉਹਨੂੰ ਵੀ ਤੁਸੀਂ ਚੰਗੀ ਤਰ੍ਹਾਂ ਦੇਖੋ। ਹੁਣ ਇਹਨਾਂ ਨੇ ਸਿੱਧਾ ਪੁੱਛ ਲਿਆ ਕਿ ਪਗੜੀ ਸੰਭਾਲ ਜੱਟਾ ਮੂਵਮੈਂਟ ਆ ਜਿਹੜੀ ਉਹ ਕਦੋਂ ਲਾਂਚ ਹੋਈ ਸੀਗੀ। ਦੇਖੋ 2007-8 ਆਪਾਂ ਤੁਹਾਨੂੰ ਇਹ 3-4 ਵਾਰੀ ਮੈਂ ਤੁਹਾਨੂੰ ਕੁਐਸਚਨ ਕਰਵਾਇਆ ਵਾ ਪਗੜੀ ਸੰਭਾਲ ਜੱਟਾ ਮੂਵਮੈਂਟ। ਈਵਨ ਕਿ ਤੁਹਾਨੂੰ ਮੈਂ ਕਿਸੇ MCQ ਦੇ ਵਿੱਚ ਵੀ ਚੰਗੀ ਤਰ੍ਹਾਂ ਇਹਨੂੰ ਐਕਸਪਲੇਨ ਦੇ ਵਿੱਚ ਦੱਸਿਆ ਸੀ ਕਿ ਪਗੜੀ ਸੰਭਾਲ ਜੱਟਾ ਮੂਵਮੈਂਟ ਦੇ ਨਾਲ ਰਿਲੇਟਡ 2-3 ਕੁਐਸਚਨ ਦੇ ਵਿੱਚ ਤੁਹਾਨੂੰ ਕਨਫਿਊਜ਼ ਕੀਤਾ ਜਾਂਦਾ। ਤੇ ਦੇਖ ਲਓ ਉਹੀ ਕੁਐਸਚਨ ਪੇਪਰ ਦੇ ਵਿੱਚ ਇਹਨਾਂ ਨੇ 1907-8 ਦੇ ਵਿੱਚ ਪਾ ਦਿੱਤਾ ਹੋਇਆ ਵਾ, ਹੈ ਨਾ। ਇਹ ਚੀਜ਼ ਆ ਜੀ। ਸੋ ਇਹੀ ਚੀਜ਼ ਆ ਕਿ ਜੇਕਰ ਤੁਸੀਂ ਕੀਤਾ ਹੋਇਆ ਵਾ ਤਾਂ ਤੁਹਾਨੂੰ ਇਹ ਚੀਜ਼ ਸੌਖੀ ਲੱਗੇਗੀ, ਜੇਕਰ ਤੁਸੀਂ ਨਹੀਂ ਕੀਤਾ ਤਾਂ ਤੁਹਾਨੂੰ ਇਹੀ ਚੀਜ਼ ਔਖੀ ਲੱਗੀ। ਦੇਖੋ ਆ ਬੋਰਡ ਆਫ ਦਾ ਐਡਮਿਨਿਸਟ੍ਰੇਸ਼ਨ ਪੁੱਛ ਲਿਆ ਸੀ ਕਿ ਪ੍ਰੈਜ਼ੀਡੈਂਟ ਕੌਣ ਸੀਗਾ ਉਸ ਟਾਈਮ ਦੇ ਉੱਤੇ। ਬਹੁਤ ਚੰਗੀ ਤਰ੍ਹਾਂ ਮੈਂ ਤੁਹਾਨੂੰ ਇਹ MCQ ਦੇ ਵਿੱਚ ਵੀ 3-4 ਵਾਰੀ ਕਰਵਾਇਆ ਤੇ ਥਿਊਰੀ ਦੇ ਵਿੱਚ ਮੈਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਕਰਵਾਇਆ ਹੋਇਆ ਕਿ ਕਿਹੜਾ ਕਦੋਂ, ਮਤਲਬ ਜੌਨ ਲਾਰੈਂਸ ਤੇ ਹੈਨਰੀ ਲਾਰੈਂਸ ਦੇ ਵਿੱਚ ਬਹੁਤ ਜ਼ਿਆਦਾ ਕਨਫਿਊਜ਼ਨ ਚੱਲਦੀ ਪਈ ਆ, ਪਰ ਮੈਂ ਤੁਹਾਨੂੰ ਹਮੇਸ਼ਾ 3-4 ਵਾਰੀ ਇਹਦਾ MCQ ਕਰਵਾ ਕੇ ਡਿਟੇਲ ਦੇ ਵਿੱਚ ਦੱਸਦਾ ਹੁੰਦਾ ਕਿ ਇਹ ਪੇਪਰ ਦੇ ਵਿੱਚ ਕੁਐਸਚਨ ਬਣਦਾ ਵਾ ਤੇ ਅੱਗੇ ਵੀ ਹਮੇਸ਼ਾ ਬਣਦਾ ਰਹੇਗਾ, ਪਰ ਘੁਮਾ ਕੇ ਪੁੱਛਿਆ ਜਾਂਦਾ ਵਾ। ਸੋ ਇੱਕ ਨੰਬਰ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੁੰਦਾ। ਜੇਕਰ ਤੁਸੀਂ ਇੱਕ ਨੰਬਰ ਇਹ ਨਾ ਸੋਚਿਆ ਕਰੋ ਕਿ ਤੁਸੀਂ ਗਵਾਤਾ, ਇੱਕ ਨੰਬਰ ਤਾਂ ਤੁਸੀਂ ਗਵਾਇਆ ਹੀ ਗਵਾਇਆ ਹੁੰਦਾ, ਉਹਦੇ ਨਾਲ 1.25 ਨੰਬਰ ਤੁਸੀਂ ਗਵਾਉਂਦੇ ਹੋ ਕਿਉਂਕਿ 25.25 ਤੁਸੀਂ ਆਪਦੀ ਨੈਗੇਟਿਵ ਮਾਰਕਿੰਗ ਵੀ ਲੈਸ ਕਰਵਾ ਕੇ ਆਉਂਦੇ ਆ। ਸੋ ਇਹ ਸਾਰੇ ਕੁਐਸਚਨ ਸੀ। ਇੱਕ ਟੈਕਨੀਕਲ ਐਗਜ਼ਾਮ ਹੋਇਆ ਸੀ, ਉਹਦੇ ਵਿੱਚ ਉਹਨਾਂ ਨੇ ਵੂਮਨ ਪ੍ਰੋਡਿਊਸਰ ਐਂਡ ਡਾਇਰੈਕਟਰ ਦਾ ਪੁੱਛਿਆ ਗਿਆ ਸੀ, ਇਹ ਵੀ ਆਪਾਂ ਤੁਹਾਨੂੰ ਕਰਵਾਇਆ ਹੋਇਆ ਸੀ। ਦੇਖੋ ਆ 13 ਨੰਬਰ ਦੇ ਵਿੱਚ MCQ ਕੁਇਜ਼ GK ਅਕੈਡਮੀ ਪੰਜਾਬ ਦੇ ਵਿੱਚ ਕਰਵਾਇਆ, ਉਹੀ ਸੇਮ ਟੂ ਸੇਮ ਕੁਐਸਚਨ ਪੇਪਰ ਦੇ ਵਿੱਚ ਉਹਨਾਂ ਨੇ ਚੱਕ ਕੇ ਪਾਤਾ ਹੋਇਆ ਵਾ। ਸੋ ਇਹੀ ਚੀਜ਼ ਆ ਦੇਖੋ ਜੀ, ਇੱਕ ਕਰੰਟ ਅਫੇਅਰ ਦਾ ਕੁਐਸਚਨ ਇੱਕ ਟੈਕਨੀਕਲ ਐਗਜ਼ਾਮ ਦੇ ਵਿੱਚ ਆਇਆ ਸੀ। PSSB ਦਾ ਟੈਕਨੀਕਲ ਆਫਿਸਰ 5 ਅਗਸਤ ਨੂੰ ਪੇਪਰ ਹੋਇਆ ਸੀ ਕਿ 750 ਗਰਲਸ ਸਟੂਡੈਂਟਸ ਨੂੰ ਲੈ ਕੇ ਇਸਰੋ ਲੈ ਕੇ ਜਾ ਰਿਹਾ ਵਾ, ਹੈ ਨਾ। ਸੋ ਇਹ ਵੀ ਆਪਾਂ ਤੁਹਾਨੂੰ ਕਰਵਾਇਆ ਹੋਇਆ ਸੀਗਾ, ਅਗਸਤ ਮਹੀਨੇ ਦਾ ਕਰੰਟ ਅਫੇਅਰ ਆ। ਹੁਣ ਆਪਾਂ ਆਉਂਦੇ ਆ ਜੀ ਗੱਲ ਆਪਣੀ ਪੰਜਾਬ ਪੁਲਿਸ ਕਾਂਸਟੇਬਲ ਤੇ। ਦੇਖੋ ਜੀ ਪੰਜਾਬ ਪੁਲਿਸ ਕਾਂਸਟੇਬਲ ਵਾਲੇ ਇਸ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਮਤਲਬ ਕਿ ਪਰੇਸ਼ਾਨ ਹੋ ਰਹੇ ਨੇ ਜਿਹੜੇ ਕੈਂਡੀਡੇਟ ਕਰ ਰਹੇ ਆ, ਕਿਉਂਕਿ ਪਹਿਲੀ ਜਿਹੜੇ 2 ਦਿਨ ਪੇਪਰ ਹੋਏ ਨੇ ਉਹਦੇ ਵਿੱਚ ਬਹੁਤ ਸਾਰੇ ਕੈਂਡੀਡੇਟ ਕਹਿ ਰਹੇ ਨੇ ਕਿ 2022-23 ਦੇ ਕੁਐਸਚਨ ਵੀ ਆ ਰਹੇ ਤੇ 2020 ਤੋਂ ਲੈ ਕੇ 23 ਤੇ ਵੀ ਕਰੰਟ ਅਫੇਅਰ ਆ ਰਹੇ ਨੇ। ਦੇਖੋ ਜੀ ਇਹਨੂੰ ਲੈ ਕੇ ਤੁਸੀਂ ਹੁਣ TCS ਦਾ ਪੈਟਰਨ ਕੁਛ ਇਸ ਤਰ੍ਹਾਂ ਦਾ ਹੁੰਦਾ ਵਾ ਕਿ ਇਹ ਪਿਛਲੇ ਕੁਐਸਚਨ ਵੀ ਪੁੱਛ ਲੈਂਦਾ, ਕਰੰਟ ਵੀ ਪੁੱਛ ਲੈਂਦਾ ਤੇ ਵਿਚਾਲੇ ਜਿਹੇ ਕੁਐਸਚਨ ਵੀ, ਮਤਲਬ 2-3 ਸਾਲ ਦੇ ਕੁਐਸਚਨ ਇਹ ਪੁੱਛ ਰਿਹਾ। ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਦੇ ਪੇਪਰ ਹੋਏ ਸੀ, ਇਹਦੇ ਵਿੱਚ ਵੀ ਉਹ 2021 ਦੇ ਕਰੰਟ ਅਫੇਅਰ ਪੁੱਛ ਰਹੇ ਸੀਗੇ।
सो ਇਹਦੇ ਲਈ ਮੈਂ ਤੁਹਾਨੂੰ ਇਹੀ ਸੁਜੈਸਟ ਕਰਾਂਗਾ ਕਿ ਜੇਕਰ ਤੁਹਾਡੇ ਪੇਪਰ ਦੇ ਵਿੱਚ ਮਤਲਬ ਕਿ ਜਿਨ੍ਹਾਂ ਦਾ ਪੇਪਰ ਥੋੜ੍ਹਾ ਲੇਟ ਆ, ਕਿਉਂਕਿ 5 ਸਤੰਬਰ ਤੱਕ ਪੇਪਰ ਚੱਲਦੇ ਆ, ਜੇਕਰ ਤੁਹਾਡਾ ਪੇਪਰ ਥੋੜ੍ਹਾ ਲੇਟ ਆ ਤਾਂ ਤੁਸੀਂ ਪੁਰਾਣੇ ਕਰੰਟ ਅਫੇਅਰ ਕਰ ਸਕਦੇ ਹੋ, 2021 ਵਾਲੇ ਵੀ ਕਰ ਸਕਦੇ, 2022-23 ਵਾਲੇ ਤਾਂ ਮੈਂ ਤੁਹਾਨੂੰ ਪ੍ਰੋਵਾਈਡ ਕਰਵਾਏ ਹੋਏ ਨੇ, ਤੁਸੀਂ ਉਹਦੇ ਤੋਂ ਕਰੋ, ਠੀਕ ਆ, 2022 ਤੇ 23 ਵਾਲੇ। ਪਰ ਜੇਕਰ ਤੁਹਾਡਾ ਪੇਪਰ ਦੇ ਵਿੱਚ 20-25 ਦਿਨ ਤੁਹਾਡੇ ਹੈਗੇ ਨੇ ਇਸ ਟਾਈਮ ਦੇ ਉੱਤੇ, ਹੈ ਨਾ, 15-20 ਦਿਨ ਤੁਹਾਡੇ ਕੋਲ ਹੈਗਾ, ਤੁਹਾਨੂੰ ਪਤਾ ਕਿ ਹਾਂਜੀ ਤੁਹਾਡਾ ਪੇਪਰ 25 ਅਗਸਤ 30 ਅਗਸਤ ਜਾਂ 5 ਸਤੰਬਰ ਤੱਕ ਹੋਣਾ ਵਾ, ਤਾਂ ਤੁਸੀਂ 2021 ਵਾਲੇ ਕਰੰਟ ਅਫੇਅਰ ਦੇ ਮੇਨ ਕਰੰਟ ਅਫੇਅਰ ਕਿਸੇ ਵੀ ਚੈਨਲ ਤੋਂ ਦੇਖ ਕੇ ਤੁਸੀਂ ਇਹਦੀ ਆਪਣੀ ਕਿ PDF ਤੁਹਾਨੂੰ ਮਿਲ ਜਾਏਗੀ, ਟੈਲੀਗ੍ਰਾਮ ਦੇ ਮੋਸਟਲੀ ਇੱਥੇ ਘੁੰਮਦੀ ਰਹਿੰਦੀ ਹੈ, ਹੈ ਨਾ, ਬਹੁਤ ਸਾਰੇ ਚੈਨਲਾਂ ਦੀ PDF, ਤਾਂ 2021 ਦੇ ਕਰੰਟ ਅਫੇਅਰ ਤੁਸੀਂ ਉਹਦੇ ਤੋਂ ਥੋੜ੍ਹੇ ਬਹੁਤ ਕਰ ਸਕਦੇ ਹੋ। ਬਟ ਅਦਰਵਾਈਜ਼ ਹੁਣ ਕੱਲ੍ਹ ਜਿਹੜਾ ਪੇਪਰ ਹੋਇਆ ਸੀ ਉਹਦੇ ਵਿੱਚ ਕਹਿ ਰਹੇ ਨੇ ਕਿ 2022 ਤੇ 23 ਦੇ ਹੀ ਕੁਐਸਚਨ ਆ ਰਹੇ ਨੇ, ਪਰ ਕੁਐਸਚਨ ਜ਼ਿਆਦਾ ਆ ਰਹੇ ਨੇ ਪੇਪਰ ਦੇ ਵਿੱਚ ਕਰੰਟ ਅਫੇਅਰ ਦੇ। ਸੋ PP ਕਾਂਸਟੇਬਲ ਵਾਲੇ ਕੈਂਡੀਡੇਟ ਥੋੜ੍ਹਾ ਜਿਹਾ ਕਰੰਟ ਅਫੇਅਰ 'ਤੇ ਧਿਆਨ ਦਿਓ, 2022-23 ਵਾਲੇ ਕਰ ਲਓ, ਜੇਕਰ ਤੁਹਾਡੇ ਪੇਪਰ ਦੇ ਵਿੱਚ ਦਿਨ ਹੈਗੇ ਨੇ ਤਾਂ 2021 ਵਾਲੇ ਕਰਿਓ। ਹੁਣ ਬਹੁਤ ਸਾਰੇ ਦੋਸਤ ਇਹਨੂੰ ਲੈ ਕੇ ਬਾਰ-ਬਾਰ ਮੈਨੂੰ ਮੈਸੇਜ ਕਰ ਰਹੇ ਨੇ ਕਿ ਪੰਜਾਬ ਪੁਲਿਸ ਕਾਂਸਟੇਬਲ ਦੇ ਲਈ ਕੋਈ ਪੇਡ ਟੈਸਟ ਸੀਰੀਜ਼ ਦੇ ਦਿਓ। ਸਰ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ ਪਤਾ ਵਾ ਕਿ ਹੁਣੇ ਰੀਸੈਂਟਲੀ ਹੀ ਇਹਦਾ ਪੇਪਰ ਹੋਣਾ ਵਾ, 1 ਮਹੀਨੇ ਦੇ ਵਿੱਚ ਤੁਹਾਡੇ ਪੇਪਰ ਹੋ ਜਾਣਗੇ। ਜੇਕਰ ਤੁਸੀਂ ਹੁਣ ਕੋਈ ਮਤਲਬ ਕਿ ਪੇਡ ਟੈਸਟ ਸੀਰੀਜ਼ ਬਾਏ ਕਰੋਗੇ ਵੀ ਤਾਂ ਉਹਦਾ ਫਾਇਦਾ ਕੀ ਹੋਏਗਾ ਤੁਹਾਨੂੰ। ਸੋ ਇਹੀ ਚੀਜ਼ ਆ ਕਿ ਇੰਨੇ ਘੱਟ ਸਮੇਂ ਦੇ ਵਿੱਚ ਤੁਸੀਂ ਇਹਦੀ ਤਿਆਰੀ ਨਹੀਂ ਕਰ ਸਕਦੇ। ਸੋ ਇਸ ਟਾਈਮ ਦੇ ਉੱਤੇ ਪੇਡ ਦੇ ਚੱਕਰ ਦੇ ਵਿੱਚ ਨਾ ਪਾਓ। ਮੈਂ ਤੁਹਾਨੂੰ ਇੱਕ ਲਿਸਟ ਕੁਛ ਕੁਐਸਚਨ ਸ਼ੇਅਰ ਕਰ ਦੂੰਗਾ, ਟੈਲੀਗ੍ਰਾਮ ਵਾਲੇ ਕਰ ਲਓ, ਅਤੇ ਨਾਲ ਹੀ ਤੁਸੀਂ ਕਰੰਟ ਅਫੇਅਰ ਕਰ ਲਓ, ਅਤੇ ਨਾਲ ਹੀ ਇਹਦੇ ਜਿਹੜੇ ਮੈਂ ਤੁਹਾਨੂੰ ਥੋੜ੍ਹਾ ਬਹੁਤ ਮਤਲਬ ਕਿ ਫ੍ਰੀ ਦੇ ਵਿੱਚ ਕੰਟੈਂਟ 700-800 MCQ ਪ੍ਰੋਵਾਈਡ ਕੀਤੇ ਹੋਏ ਆ, ਉਹ ਕਰ ਲਓ। ਸੋ ਇਹਦਾ ਕਾਰਨ ਇਹੀ ਆ ਕਿ ਇਸ ਟਾਈਮ ਦੇ ਉੱਤੇ ਜੇਕਰ ਤੁਸੀਂ ਇਹਨਾਂ ਚੱਕਰਾਂ 'ਚ ਪੈਣ ਲੱਗ ਗਏ ਨਾ, ਤੁਹਾਡੇ ਲਈ 15 ਦਿਨ 20 ਦਿਨ ਤਾਂ ਤੁਸੀਂ ਇਸ ਟਾਈਮ ਦੇ ਉੱਤੇ ਪੈਸੇ ਖਰਾਬ ਕਰੋਗੇ। ਚਾਹੇ ਕਿਸੇ ਵੀ ਇੰਸਟੀਟਿਊਟ ਨੂੰ ਤੁਸੀਂ ਪੁੱਛੋਗੇ, ਮੈਂ ਤੁਹਾਨੂੰ ਇਸ ਟਾਈਮ ਮਨਾ ਕਰ ਰਿਹਾ, ਮੈਂ ਤੁਹਾਨੂੰ ਇਸ ਟਾਈਮ 500 MCQ ਦੀ ਜਿਹੜੀ GK ਦੀ ਸੀਰੀਜ਼ ਆ ਉਹ ਵੀ ਲੈਣ ਨੂੰ ਵੀ ਨਹੀਂ ਕਹਿ ਰਿਹਾ ਗਾ, ਹੈ ਨਾ। ਸੋ ਕਾਰਨ ਇਹੀ ਆ ਕਿ ਇਸ ਟਾਈਮ ਦੇ ਉੱਤੇ ਤੁਸੀਂ ਬਹੁਤ ਜ਼ਿਆਦਾ ਮਤਲਬ ਕਿ ਪ੍ਰੈਸ਼ਰ ਦੇ ਵਿੱਚ ਹੋ, ਪੈਨਿਕ ਹੋ, ਤਾਂ ਇਸ ਟਾਈਮ ਦੇ ਉੱਤੇ ਕੋਈ PDF ਬਾਏ ਕਰਕੇ ਤੁਸੀਂ ਇਸ ਟਾਈਮ ਜਾਂ ਕੋਈ ਕੋਰਸ ਬਾਏ ਕਰ ਲਓਗੇ, ਉਹਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਏਗਾ। ਕਿਉਂਕਿ ਪੇਪਰ ਦੀ ਤਿਆਰੀ ਜਦੋਂ ਤੁਸੀਂ ਕਰਨ ਲੱਗਦੇ ਹੁੰਦੇ ਆ ਜਾਂ ਡਿਊਰਿੰਗ ਪ੍ਰਿਪਰੇਸ਼ਨ ਹੀ ਤੁਹਾਨੂੰ ਕੋਈ ਵੀ ਚੀਜ਼ ਸਮਝ ਆਉਂਦੀ ਹੁੰਦੀ ਆ, ਹੌਲੀ ਹੌਲੀ ਆਉਂਦੀ ਹੁੰਦੀ ਆ। ਇੱਕਦਮ ਕੋਈ ਚੀਜ਼ ਪਰਚੇਜ਼ ਕਰਕੇ ਤੁਸੀਂ ਇਸ ਟਾਈਮ ਹਾਈਪ ਬਣਾ ਲਓਗੇ ਕਿ ਇਹ 500 ਕੁਐਸਚਨ ਚੋਂ 10 ਕੁਐਸਚਨ P++ 'ਚ ਆ ਗਏ, ਪਤਾ ਨਹੀਂ ਅਗਲੇ ਵੀਡੀਓ ਦੇ ਵਿੱਚ ਕਿੰਨੇ ਆ ਜਾਣਗੇ ਜਾਂ ਪੰਜਾਬ ਪੁਲਿਸ ਕਾਂਸਟੇਬਲ 'ਚ ਕਿੰਨੇ ਆ ਜਾਂਦੇ। ਇਸ ਤਰ੍ਹਾਂ ਨਹੀਂ ਹੁੰਦਾ ਗਾ ਜੀ। ਇਹ ਚੀਜ਼ ਤੁਹਾਨੂੰ ਸ਼ੁਰੂ ਤੋਂ ਹੀ ਉਹ ਚੀਜ਼ ਦੇ ਨਾਲ ਜੁੜਨਾ ਪੈਂਦਾ। ਜਿੱਦਾਂ ਕਿ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ P++ ਕਲਰਕ ਦੇ ਪੇਪਰ ਨਾਲ ਰਿਲੇਟਡ ਬਹੁਤ ਤਰ੍ਹਾਂ ਦੇ ਕੈਂਡੀਡੇਟਾਂ ਦੇ ਮੈਸੇਜ ਮੈਨੂੰ ਆਉਂਦੇ ਨੇ। ਹੁਣ ਬਹੁਤ ਸਾਰੇ ਮੈਸੇਜ ਇਹੀ ਆਏ ਨੇ ਕਿ ਵਧੀਆ ਨੰਬਰ 70, 75, 80, 85 ਨੰਬਰ ਬਣ ਰਹੇ ਨੇ, ਉਹ ਸੇਫ ਜ਼ੋਨ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਾਫੀ ਹੱਦ ਤੱਕ ਕਿ ਥੋੜ੍ਹੇ ਜਿਹੇ ਸੇਫ ਜ਼ੋਨ ਦੇ ਵਿੱਚ ਚਲੇ ਗਏ। ਹੁਣ ਕੁਛ ਕੈਂਡੀਡੇਟ ਇਹੋ ਜਿਹੇ ਨੇ ਕਿ ਉਹਨਾਂ ਦੇ 30-40 ਨੰਬਰ ਬਣਦੇ ਨੇ। ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਨੇ ਮਿਹਨਤ ਨਹੀਂ ਕੀਤੀ, ਮਿਹਨਤ ਉਹਨਾਂ ਨੇ ਕੀਤੀ ਹੈ, ਪਰ ਉਹਨਾਂ ਨੇ ਰਾਈਟ ਡਾਇਰੈਕਸ਼ਨ ਦੇ ਵਿੱਚ ਮਿਹਨਤ ਨਹੀਂ ਕੀਤੀ। ਹੁਣ ਉਹਦਾ ਤੁਹਾਨੂੰ ਮੈਂ ਕਾਰਨ ਮੈਂ ਇਸ ਤਰ੍ਹਾਂ ਦੱਸ ਦੇਵਾਂ ਕਿ ਜਿੱਦਾਂ ਕਿ GK ਮੈਂ ਤੁਹਾਨੂੰ ਕਰਵਾ ਰਿਹਾ ਤਾਂ 70% ਕੁਐਸਚਨ ਹਰੇਕ ਪੇਪਰ ਦੇ ਵਿੱਚ ਆਲਮੋਸਟ ਪਰਮਾਤਮਾ ਦੀ ਕਿਰਪਾ ਨਾਲ ਆ ਰਹੇ ਨੇ, ਕਿਉਂਕਿ ਆਪਾਂ ਮੇਨ ਚੀਜ਼ਾਂ ਕਰ ਰਹੇ ਹਾਂ ਤਾਂ ਬਹੁਤ ਘੱਟ MCQ ਦੇ ਵਿੱਚ, ਬਹੁਤ ਘੱਟ ਕੰਟੈਂਟ ਦੇ ਵਿੱਚ ਕਵਰ ਕਰ ਰਹੇ ਹਾਂ, ਜਿਹੜਾ ਤੁਹਾਨੂੰ ਪੜ੍ਹਨ ਦਾ ਅਤੇ ਰਿਵੀਜ਼ਨ ਕਰਨ ਦਾ ਵੀ ਟਾਈਮ ਮਿਲਦਾ ਵਾ। ਜੇਕਰ ਤੁਹਾਡੇ ਉਹਦੇ ਵਿੱਚ 70% ਕੁਐਸਚਨਸ ਕਵਰ ਹੁੰਦੇ ਪਏ ਨੇ, 70% ਮਾਰਕਸ ਤੁਸੀਂ ਲੈ ਕੇ ਆ ਰਹੇ ਹੋ, ਤਾਂ ਸਕੋਰਿੰਗ ਸਬਜੈਕਟ ਦੇ ਵਿੱਚੋਂ 10-15% ਅਗਰ ਉੱਪਰ ਲੈ ਕੇ ਆਓਗੇ, ਹੈ ਨਾ, ਤਾਂ ਤੁਹਾਡਾ ਆਰਾਮ ਦੇ ਨਾਲ ਪੇਪਰ ਕਲੀਅਰ ਹੋਏਗਾ। ਸੋ ਦੇਖੋ ਮੈਂ ਤੁਹਾਨੂੰ ਸਮਝਾਉਣਾ। ਸੋ ਇਹੀ ਆ ਜੀ, ਇਹਦੇ ਵਿੱਚ ਪਤਾ ਕੀ ਹੁੰਦਾ ਵਾ, ਮੈਂ ਤੁਹਾਨੂੰ ਦੱਸਦਾ ਮੈਂ ਜਦੋਂ ਬਹੁਤ ਸਾਰੇ ਕੈਂਡੀਡੇਟਸ ਇਸ ਟਾਈਮ 30-40 ਨੰਬਰ 'ਤੇ ਖੜ੍ਹੇ ਨੇ, ਤਾਂ ਉਹ ਸਭ ਤੋਂ ਪਹਿਲਾਂ ਹਰੇਕ ਆਪਦੇ ਉਹਦਾ ਪ੍ਰੈਪਰੇਸ਼ਨ ਦੇ ਦੌਰਾਨ ਜਿਹੜੇ ਇਸ ਟਾਈਮ ਪੇਪਰ ਹੋਏ ਨੇ ਜਾਂ ਉਹਨਾਂ ਨੇ ਮੌਕ ਟੈਸਟ ਲਗਾਏ ਨੇ, ਉਹਦੇ ਵਿੱਚ ਦੇਖੋਗੇ ਕਿਹੜੇ ਦੇ ਵਿੱਚੋਂ ਨੰਬਰ ਘੱਟਦੇ ਪਏ ਨੇ। ਜੇਕਰ GK ਦੇ ਵਿੱਚੋਂ ਤੁਹਾਨੂੰ ਲੱਗਦਾ ਕਿ 41 ਦੇ ਵਿੱਚੋਂ ਤੁਹਾਡੇ ਸਿਰਫ 15 ਨੰਬਰ ਬਣਦੇ ਪਏ ਨੇ, ਤਾਂ ਇਹਨਾਂ 15 ਨੂੰ ਜੇਕਰ ਤੁਸੀਂ 30 ਤੱਕ ਲੈ ਕੇ ਜਾਓਗੇ ਤਾਂ ਹੀ ਤੁਹਾਡਾ ਪੇਪਰ ਦੇ ਵਿੱਚ ਗੁਜ਼ਾਰਾ ਹੋਏਗਾ। ਕਿਉਂਕਿ ਘੱਟ ਤੋਂ ਘੱਟ ਇੰਨੇ ਮਾਰਕਸ ਤਾਂ ਤੁਹਾਨੂੰ ਚਾਹੀਦੇ ਹੀ ਹੁੰਦੇ ਨੇ। ਕਿਸੇ ਇੱਕ ਸਬਜੈਕਟ ਨੂੰ ਤੁਸੀਂ ਅਲੱਗ ਤੋਂ ਮਤਲਬ ਕਿ ਐਨਾਲਾਈਜ਼ ਕਰਨਾ ਵਾ, ਕਿਉਂਕਿ ਇੱਕ ਸਬਜੈਕਟ ਨੂੰ ਜੇ ਤੁਸੀਂ ਅਲੱਗ ਤੋਂ ਐਨਾਲਾਈਜ਼ ਕਰਾਂ ਤਾਂ ਤੁਹਾਨੂੰ ਪਤਾ ਲੱਗੇਗਾ ਕਿਹੜੀ ਚੀਜ਼ ਤੁਹਾਡੀ ਕਮਜ਼ੋਰ ਆ, ਕਿਹੜੀ ਚੀਜ਼ ਤੁਹਾਡੀ ਪੂਰੀ ਆ। ਮਤਲਬ ਹਰੇਕ ਮੌਕ ਟੈਸਟ 'ਚੋਂ ਜਿੱਦਾਂ ਕਿ ਤੁਸੀਂ ਕੰਪਿਊਟਰ ਲਾ ਲਓ, ਜੇਕਰ ਤੁਹਾਨੂੰ ਲੱਗਦਾ ਕਿ ਕੰਪਿਊਟਰ ਦੇ ਹਰੇਕ ਮੌਕ ਟੈਸਟ 'ਚੋਂ ਤੁਸੀਂ ਜਾਂ ਪੇਪਰ 'ਚੋਂ 9-10 ਨੰਬਰ ਲੈ ਰਹੇ ਹੋ ਤਾਂ ਇਹ ਡਨ ਆ, ਇਹਦੇ ਤੁਹਾਨੂੰ ਵਰਕ ਕਰਨ ਦੀ ਜ਼ਿਆਦਾ ਜ਼ਰੂਰਤ ਨਹੀਂ। ਜਿਹੜੀ ਚੀਜ਼ ਕਰ ਰਹੇ ਹੋ ਉਹਨੂੰ ਹੀ ਚੰਗੀ ਤਰ੍ਹਾਂ ਕਰੋ। ਪਰ ਜੇਕਰ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ 41 ਚੋਂ ਤੁਹਾਡੇ 10-15 ਨੰਬਰ ਬਣ ਰਹੇ ਨੇ, ਹੈ ਨਾ, ਤਾਂ ਤੁਸੀਂ ਉਸ ਰੇਸ ਦੇ ਵਿੱਚੋਂ, ਮੈਰਿਟ ਰੇਸ ਦੇ ਵਿੱਚੋਂ ਇੱਕਦਮ ਬਾਹਰ ਹੋ ਜਾਂਦੇ ਹੋ। ਸੋ ਇਹਦੇ 'ਤੇ ਵਰਕ ਕਰਨ ਦੀ ਜ਼ਰੂਰਤ ਆ। ਹੁਣ ਮੈਥ ਨੂੰ ਲੈ ਕੇ ਬਹੁਤ ਜ਼ਿਆਦਾ ਮੈਸੇਜ ਆਉਂਦੇ ਨੇ ਕਿ ਬਾਕੀ ਸਾਰੇ ਸਬਜੈਕਟ ਹੋ ਰਹੇ ਨੇ, GK ਵੀ ਹੋ ਰਹੀ ਆ, ਪਰ ਮੈਥ ਨਹੀਂ ਹੋ ਰਿਹਾ। ਮੈਥ ਲਈ ਮੈਂ ਤੁਹਾਨੂੰ ਦੱਸਿਆ ਸੀ ਕਿ 2-3 ਮੈਂ ਤੁਹਾਨੂੰ ਚੈਨਲ ਵੀ ਸੁਜੈਸਟ ਕੀਤੇ ਸੀ ਕਿ ਇੱਕ ਸਾਹਿਲ ਸਰ ਵਾਈਫਾਈ ਸਟੱਡੀ ਦੇ ਉੱਤੇ ਆ, ਅਤੇ ਇੱਕ ਨਾਲ ਹੀ ਇੱਕ ਆਪਣੇ ਰਾਹੁਲ ਦੇਸ਼ਵਾਲ ਸਰ,
ਇਹਨਾਂ ਨੂੰ ਤੁਸੀਂ ਫੋਲੋ ਕਰਕੇ ਦੇਖੋ, ਇਹਨਾਂ ਦੀ ਤੁਸੀਂ ਕੰਟੈਂਟ ਨੂੰ ਥੋੜ੍ਹਾ ਬਹੁਤ ਨਾ ਮਤਲਬ ਦੇਖੋ ਕਿ ਹਾਂਜੀ ਕੀ ਤੁਹਾਨੂੰ ਉਹਨਾਂ ਦੀ ਸਮਝ ਆ ਰਹੀ ਆ। ਜਿਨ੍ਹਾਂ ਦੀ ਵੀ ਤੁਹਾਨੂੰ ਸਮਝ ਆ ਰਹੀ ਆ ਉਹਨਾਂ ਨੂੰ ਤੁਸੀਂ ਮੈਥ ਲਈ ਫੋਲੋ ਕਰ ਲਓ। ਜੇਕਰ ਤੁਹਾਨੂੰ ਲੱਗਦਾ ਕਿ ਹਾਂਜੀ ਫ੍ਰੀ ਦੇ ਵਿੱਚ ਜ਼ਿਆਦਾ ਕਰਵਾਇਆ ਹੋਇਆ ਜਾਂ ਕਲਾਸਾਂ ਲੰਮੀਆਂ ਖਿੱਚੀਆਂ ਹੋਈਆਂ ਤਾਂ ਉਹਨਾਂ ਦੇ ਪੇਡ ਕੋਰਸ ਵੀ ਤੁਸੀਂ ਪਰਚੇਜ਼ ਕਰ ਸਕਦੇ ਹੋ, ਕਿਉਂਕਿ 500-700 ਰੁਪਇਆ ਲਾ ਕੇ ਜੇਕਰ ਤੁਸੀਂ ਇੱਕ ਸਬਜੈਕਟ ਦੇ ਵਿੱਚੋਂ ਮਾਹਰ ਬਣ ਰਹੇ ਹੋ ਹੈ ਨਾ, ਤਾਂ ਤੁਹਾਡਾ ਪੇਪਰ ਲਈ ਉਹਦੇ ਵਿੱਚ ਮਾਰਕਸ ਇਨਕਰੀਜ਼ ਹੋ ਰਹੇ ਨੇ ਤਾਂ ਉਹਦੇ ਵਿੱਚ ਕੋਈ ਹਰਜ ਵੀ ਨਹੀਂ ਗਾ, ਕਿਉਂਕਿ ਇੱਕ ਨੌਕਰੀ ਦਾ ਸਵਾਲ ਆ। ਕਿਉਂਕਿ ਕੁਛ ਚੀਜ਼ਾਂ ਇਹ ਜਿਹੀਆਂ ਹੁੰਦੀਆਂ ਜਿਹੜੀਆਂ ਆਪਾਂ ਨੂੰ ਸਿੱਖਣੀਆਂ ਪੈਂਦੀਆਂ ਨੇ, ਸਹੀ ਡਾਇਰੈਕਸ਼ਨ ਦੇ ਵਿੱਚ ਜਾ ਕੇ ਸਿੱਖਣੀਆਂ ਪੈਂਦੀਆਂ ਨੇ। ਸੋ ਇਹ ਚੀਜ਼ ਸੀ। ਸੋ ਹੌਸਲਾ ਨਾ ਛੱਡੋ, ਜਿਨ੍ਹਾਂ ਦਾ ਪੇਪਰ ਵਧੀਆ ਨਹੀਂ ਵੀ ਹੋਇਆ, ਘੱਟ ਮਾਰਕਸ ਬਣਦੇ ਪਏ ਨੇ, ਪਰ ਤੁਸੀਂ ਆਪਦੀ ਤਿਆਰੀ ਜਾਰੀ ਰੱਖੋ। ਟਾਈਪਿੰਗ ਵਾਲੇ ਪੇਪਰ ਦੇ ਵਿੱਚ ਕੱਟ ਆਫ ਬਹੁਤ ਲੋ ਜਾਂਦੀ ਹੁੰਦੀ ਆ। ਮੈਂ ਫਿਰ ਤੋਂ ਕਹਿ ਰਿਹਾ 3 ਗੁਣਾ ਕੈਂਡੀਡੇਟਸ ਨੂੰ ਮੈਂ ਕਹਿ ਰਿਹਾ ਤਿਆਰੀ ਕਰ ਲਓ, ਪਰ ਹੋ ਸਕਦਾ ਇਸ ਤੋਂ ਥੱਲੇ ਵੀ ਚਲੇ ਜਾਵੇ, ਹੋ ਸਕਦਾ 2 ਗੁਣਾ ਤੱਕ ਵੀ ਰਹਿ ਜਾਵੇ। ਸੋ ਇਹ ਪੇਪਰ ਦੇ ਐਂਡ ਤੱਕ ਜਾ ਕੇ ਪਤਾ ਲੱਗੇਗਾ, ਪਰ ਨੋਰਮਲ ਪੇਪਰ ਤੋਂ ਕਾਫੀ ਘੱਟ ਜਾਏਗੀ। ਸੋ ਟਾਈਪਿੰਗ ਦੀ ਤਿਆਰੀ ਤੁਸੀਂ ਕਰਨੀ ਆ। ਜੇਕਰ ਕੋਈ ਲੱਗ ਰਿਹਾ ਕਿ ਹਾਂਜੀ ਬਿਲਕੁਲ ਸੇਫ ਜ਼ੋਨ ਦੇ ਵਿੱਚ ਆ, ਉਹ ਜ਼ਿਆਦਾ ਟਾਈਮ ਟਾਈਪਿੰਗ ਨੂੰ ਦਿਓ। ਬਾਕੀ ਦੇ ਕੈਂਡੀਡੇਟ ਵੀਡੀਓ ਦੇ ਪੇਪਰ ਲਈ ਜਾਂ ਇਹ ਚੀਜ਼ ਦੀ ਵੇਟ ਨਾ ਕਰਿਆ ਕਰੋ ਕਿ ਅਗਲੇ ਪੇਪਰ ਲਈ ਤੁਸੀਂ ਮਤਲਬ ਕਿ ਤਿਆਰੀ ਕਰਨੀ ਆ, ਕਿਉਂਕਿ ਕਈ ਵਾਰ ਇਹ ਚੀਜ਼ ਹੁੰਦੀ ਆ ਕਿ ਫਾਰਮ ਆ ਜਾਂਦੇ ਆ ਨਾਲ ਹੀ 2 ਮਹੀਨੇ ਬਾਅਦ ਪੇਪਰ ਹੋ ਜਾਂਦਾ, ਅਤੇ ਤੁਸੀਂ ਸੋਚਦੇ ਰਹਿੰਦੇ ਹੋ ਕਿ ਫਾਰਮ ਨਹੀਂ ਆਇਆ, ਕਿਉਂਕਿ ਸਬਜੈਕਟ ਸੇਮ ਹੁੰਦੇ ਨੇ। ਮੈਥ, ਰੀਜ਼ਨਿੰਗ, ਜੀਕੇ, ਇੰਗਲਿਸ਼, ਪੰਜਾਬੀ, ਕੰਪਿਊਟਰ, ਤੁਸੀਂ ਇਹ ਪੜ੍ਹਨਾ ਹੀ ਪੜ੍ਹਨਾ, ਚਾਹੇ ਕੋਈ ਵੀ ਤਿਆਰੀ ਕਰਨੀ ਆ ਪੇਪਰ ਦੀ। ਸੋ ਇਹਨੂੰ ਸ਼ੁਰੂ ਤੋਂ ਤਿਆਰੀ ਕਰਿਆ ਕਰੋ, ਨਾਲ ਦੀ ਨਾਲ ਥੋੜ੍ਹਾ ਰਿਵੀਜ਼ਨ ਕਰੀ ਜਾਓ, ਮੌਕ ਟੈਸਟ ਲਗਾਈ ਜਾਓ ਜੇਕਰ ਤੁਹਾਡੇ ਕੋਲ ਟਾਈਮ ਹੈਗਾ ਵਾ, ਹੈ ਨਾ। ਦੈਨ ਇੱਕਦਮ ਜਦੋਂ ਪੇਪਰ ਆ ਜਾਂਦੇ ਨੇ ਫਿਰ ਤੁਹਾਡੇ ਤੋਂ ਕੁਝ ਵੀ ਨਹੀਂ ਹੁੰਦਾ, ਫਿਰ ਤੁਸੀਂ ਭੱਜਦੇ ਹੋ, ਕਦੇ ਉਹ ਚੈਨਲ ਦੀ ਮੈਰਾਥਨ ਦੇਖਦੇ ਹੋ, ਕਦੇ ਇਹਦੀ ਦੇਖਦੇ ਹੋ, ਪਰ ਮੈਰਾਥਨ ਦੇਖਣ ਨਾਲ ਇਸ ਤਰ੍ਹਾਂ ਦੇ ਨਾਲ ਕੁਝ ਨਹੀਂ ਹੁੰਦਾ। ਜੇਕਰ ਤੁਹਾਡੀ ਤਿਆਰੀ ਵਧੀਆ ਕੀਤੀ ਹੋਈ ਆ ਤਾਂ ਮੈਰਾਥਨ ਦਾ ਵੀ ਤਾਂ ਹੀ ਫਾਇਦਾ ਹੋਏਗਾ ਕਿ ਇੱਕ ਕੁਇੱਕ ਰਿਵੀਜ਼ਨ ਲਈ ਤੁਸੀਂ 1-2-3 ਘੰਟੇ ਦੀ ਮੈਰਾਥਨ ਦੇਖ ਲਈ ਅਤੇ ਤੁਹਾਡੇ ਮੇਨ ਕੁਐਸਚਨ ਇੱਕ ਵਾਰੀ ਰਿਵਾਈਜ਼ ਹੋ ਗਏ, ਹੈ ਨਾ। ਸੋ ਇਹੀ ਸੀ ਜੀ ਅੱਜ ਦੀ ਆਪਣੀ ਵੀਡੀਓ ਦਾ ਵਿਸ਼ਾ। ਸੋ ਜਿਹੜੇ ਕੈਂਡੀਡੇਟ ਬਿਲਕੁਲ ਨਵੀਂ ਤਿਆਰੀ ਕਰ ਰਹੇ ਨੇ ਇਸ ਟਾਈਮ ਦੇ ਉੱਤੇ, ਜਾਂ ਜਿਨ੍ਹਾਂ ਦੇ ਜ਼ਿਆਦਾ ਘੱਟ ਨੰਬਰ ਬਣੇ ਨੇ, ਮਤਲਬ ਕਿ ਅਜੇ ਸ਼ੁਰੂ ਕੀਤਾ ਸੀ, ਉਹਨਾਂ ਨੂੰ ਪਹਿਲਾਂ ਨਹੀਂ ਨੌਲੇਜ ਸੀ ਕਿ ਕਿਵੇਂ ਤਿਆਰੀ ਕਰਨੀ ਆ ਕਿਵੇਂ ਨਹੀਂ ਕਰਨੀ, ਉਹ ਕਮੈਂਟ ਕਰਕੇ ਨੀਚੇ ਜ਼ਰੂਰ ਆਪਣੀ ਵੀਡੀਓ ਦੇ ਨੀਚੇ ਦੱਸਣ। ਉਹਦੇ ਲਈ ਆਪਾਂ ਇੱਕ ਸੈਪਰੇਟ ਇੱਕ ਵੀਡੀਓ ਬਣਾ ਦਾਂਗੇ ਛੋਟੀ ਜਿਹੀ 5-10 ਮਿੰਟ ਦੀ, ਕਿ ਕਿਹੜੇ ਸਬਜੈਕਟ ਲਈ ਕਿਸ ਤਰ੍ਹਾਂ ਦੇ ਨਾਲ ਇੱਕ ਰਾਈਟ ਅਪਰੋਚ ਦੇ ਨਾਲ ਤਿਆਰੀ ਕਰਨੀ ਆ, ਤਾਂ ਕਿ ਤੁਸੀਂ ਆਉਣ ਵਾਲੇ ਚਾਹੇ ਵੀਡੀਓ ਪੇਪਰ ਆ, ਚਾਹੇ ਇਸ ਤੋਂ ਬਿਨਾਂ ਕਹਿ ਰਹੇ ਕਿ ਫੂਡ ਇੰਸਪੈਕਟਰ ਜਾਂ ਹੋਰ ਵੀ ਪੋਸਟਾਂ ਨਿਕਲਣੀਆਂ ਨੇ, ਦੈਨ ਉਹਦੇ ਨਾਲ ਲਈ ਤੁਸੀਂ ਪੂਰੀ ਤਰ੍ਹਾਂ ਦੇ ਨਾਲ ਤਿਆਰ ਰਹਿ ਸਕੋ। ਠੀਕ ਹੈ ਜੀ। ਸੋ ਇਹ ਤੁਸੀਂ ਵੀਡੀਓ ਦੇ ਨੀਚੇ ਕਮੈਂਟ ਕਰਨਾ ਵਾ, ਤਾਂ ਆਪਾਂ ਇੱਕ ਸੈਪਰੇਟ 5-10 ਮਿੰਟ ਦੀ ਵੀਡੀਓ ਇੱਕ ਸਾਰੇ ਸਬਜੈਕਟ ਦੇ ਉੱਤੇ ਬਣਾ ਦਾਂਗੇ ਕਿ ਹਾਂਜੀ ਕਿਸ ਤਰ੍ਹਾਂ ਦੇ ਨਾਲ ਤੁਸੀਂ ਤਿਆਰੀ ਕਰਨੀ ਆ। ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬਹੁਤ ਪਿਆਰ ਦੇ ਰਹੇ ਹੋ ਤੁਸੀਂ ਆਪਣੇ ਚੈਨਲ ਨੂੰ। ਤਾਂ ਮੈਂ ਸੋਚ ਰਿਹਾ ਕਿ ਅੱਗੇ ਇੱਕ ਸੀਰੀਜ਼ YouTube 'ਤੇ ਫ੍ਰੀ ਚਲਾਉਣ ਦੀ ਸੋਚ ਰਿਹਾ, ਸਟੈਟਿਕ ਜੀਕੇ ਦੀ। ਸੋ ਥੋੜ੍ਹਾ ਟਾਈਮ ਦਿਓ ਮੈਨੂੰ, 5-7 ਦਿਨ 10 ਦਿਨ, ਤਾਂ ਉਸ ਤੋਂ ਬਾਅਦ ਆਪਾਂ ਜਲਦੀ ਹੀ ਤੁਹਾਡੀ ਇਹਦੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਾਂਗੇ। ਬਹੁਤ ਇੰਪੋਰਟੈਂਟ ਕੁਐਸਚਨ ਕਰਾਵਾਂਗੇ ਉਹਦੇ ਵਿੱਚ, ਜਿਹੇ ਜਿਹੇ ਹੁਣ ਅੱਜ ਕੱਲ੍ਹ ਥੋੜ੍ਹਾ ਜਿਹਾ ਪੈਟਰਨ ਚੇਂਜ ਵੀ ਹੋ ਰਿਹਾ, ਕੁਛ ਕੁਐਸਚਨ ਅਲੱਗ ਟਾਈਪ ਦੇ ਵੀ ਆ ਰਹੇ ਨੇ, ਉਹੋ ਜਿਹੇ ਕੁਐਸਚਨ ਵੀ ਆਪਾਂ ਉਹਦੇ ਵਿੱਚ ਕਵਰ ਕਰਾਂਗੇ। ਠੀਕ ਹੈ ਜੀ। ਸੋ ਧੰਨਵਾਦ ਜੀ। ਸਬਸਕ੍ਰਾਈਬ ਜ਼ਰੂਰ ਕਰੋ ਅਤੇ ਆਪਦੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਤੋਂ ਵੀ ਜ਼ਰੂਰ ਕਰਾਓ। ਧੰਨਵਾਦ ਜੀ।